पंजाबी खबरनामा देख रहे ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੀਆਂ ਵੱਡੀਆਂ ਖਬਰਾਂ। ਸਰਕਾਰੀ ਡਾਇਰੀ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਨੂੰ ਲੈ ਕੇ ਵਿਰੋਧੀਆਂ ਨੇ ਚੁੱਕੇ ਵੱਡੇ ਸਵਾਲ। ਮੋਦੀ ਸਰਕਾਰ ਵੱਲੋਂ ਚੰਗੀ ਖਬਰ, 7 ਲੱਖ ਤੱਕ ਦੀ ਆਮਦਨ ਵਾਲਿਆਂ ਨੂੰ ਹੁਣ ਨਹੀਂ ਦੇਣਾ ਪਵੇਗਾ ਟੈਕਸ। ਮੋਦੀ ਸਰਕਾਰ ਦੇ ਬਜਟ ਤੇ ਸੀਐਮ ਮਾਨ ਦਾ ਵੱਡਾ ਬਿਆਨ। ਕਿਹਾ ਕੇਂਦਰ ਦੀ ਸਰਕਾਰ ਨੇ ਬਜਟ ਵਿੱਚ ਪੰਜਾਬ ਦੀ ਉਮੀਦਾਂ ਤੇ ਫੇਰਿਆ ਪਾਣੀ, ਬੇਇਨਸਾਫੀ ਦੇ ਲਗਾਏ ਦੋਸ਼। ਅੰਮ੍ਰਿਤਪਾਲ ਸਿੰਘ ਦਾ ਸੀਐਮ ਭਗਵੰਤ ਮਾਨ ਉੱਤੇ ਵੱਡਾ ਬਿਆਨ। ਹਰ ਸਾਲ ਜਾਰੀ ਹੋਣ ਵਾਲੀ ਸਰਕਾਰੀ ਡਾਇਰੀ 'ਚ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਦਲਾਅ ਕਰ ਦਿੱਤੇ ਹਨ। ਸਰਕਾਰੀ ਡਾਇਰੀ ਤੇ ਪੰਜਾਬ ਸਰਕਾਰ ਦਾ ਲੋਗੋ ਹੁੰਦਾ ਸੀ, ਪਰ ਇਸ ਵਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਫੋਟੋ ਵਾਲੀ ਡਾਇਰੀ ਜਾਰੀ ਕਰ ਦਿੱਤੀ ਹੈ, ਜਿਸ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਇਸ ਨੂੰ ਲੈ ਕੇ ਭਲਾਤੋ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਭਗਵੰਤ ਮਾਨ ਨੂੰ ਨਿਸ਼ਾਨੇ ਉੱਤੇ ਲਿਆ ਹੈ। ਉਹਨਾਂ ਨੇ ਟਵੀਟ ਕਰਦੇ ਕਿਹਾ ਕਿ ਭਗਵੰਤ ਮਾਨ ਜੋ ਰਾਸ਼ਨ ਕਾਰਡ, ਸਾਈਕਲ, ਐਂਬੂਲੈਂਸ ਆਦਿ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਫੋਟੋਆਂ ਨੂੰ ਲੈ ਕੇ ਕਮੇਟੀ ਕਰਦੇ ਸਨ, ਉਹ ਆਪ ਵੀ ਉਸੇ ਰਾਹ ਉੱਤੇ ਤੁਰ ਪਏ ਹਨ। ਭਗਵੰਤ ਮਾਨ ਨੇ ਘਟੀਆਪਨ ਦੇ ਮਾਮਲੇ ਵਿੱਚ ਦੋਵਾਂ ਦੇ ਰਿਕਾਰਡ ਤੋੜ ਦਿੱਤੇ ਹਨ। ਰੰਗ ਬਦਲਦਾ ਹੋਇਆ ਸਿਆਸਤਦਾਨ। ਦੱਸਣਾ ਹੈ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਹੁੰ ਚੁੱਕਣ ਤੋਂ ਬਾਅਦ ਮੁੱਖ ਮੰਤਰੀ ਦਾ ਅਹੁਦਾ ਸੰਭਿਆ ਸੀ, ਤਾਂ ਉਹਨਾਂ ਨੇ ਸਾਰੇ ਦਫ਼ਤਰਾਂ ਵਿੱਚ ਹੁਕਮ ਜਾਰੀ ਕੀਤੇ ਸਨ ਕਿ ਦਫ਼ਤਰਾਂ ਵਿੱਚ ਕੋਈ ਵੀ ਉਹਨਾਂ ਦੀ ਫੋਟੋ ਨਹੀਂ ਲਗਾਵੇਗਾ। ਸਰਕਾਰੀ ਦਫ਼ਤਰਾਂ ਵਿੱਚ ਸਿਰਫ 2 ਫੋਟੋਆਂ ਹੀ ਲੱਗਣਗੀਆਂ। ਇੱਕ ਫੋਟੋ ਸ਼ਹੀਦ ਆਜ਼ਮ ਭਗਤ ਸਿੰਘ ਜੀ ਅਤੇ ਦੂਜੀ ਫੋਟੋ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਫੋਟੋ ਲੱਗੇਗੀ। ਪਰ ਹੁਣ ਸੁਖਪਾਲ ਸਿੰਘ ਖਹਿਰਾ ਨੇ ਸਰਕਾਰੀ ਡਾਇਰੀ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਲੱਗਣ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਹਨ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ 'ਚ ਆਮ ਬਜਟ ਪੇਸ਼ ਕਰ ਦਿੱਤਾ ਹੈ। ਸਭ ਨੂੰ ਇੰਤਜ਼ਾਰ ਸੀ ਕਿ ਟੈਕਸ ਵਿੱਚ ਇਸ ਵਾਰ ਕੋਈ ਛੋਟ ਮਿਲੇਗੀ ਜਾਂ ਫਿਰ ਨਹੀਂ। ਤੁਹਾਨੂੰ ਦੱਸਦੀ ਕਿ ਸਰਕਾਰ ਨੇ ਟੈਕਸ ਭਰਨ ਵਾਲੇ ਨੂੰ ਵੱਡਾ ਤੋਹਫਾ ਦਿੱਤਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਨਵੇਂ ਟੈਕਸ ਪ੍ਰਬੰਧਾਂ ਤਹਿਤ 0 ਤੋਂ 3 ਲੱਖ ਰੁਪਏ ਤੱਕ ਦੀ ਆਮਦ ਤੇ ਕੋਈ ਟੈਕਸ ਨਹੀਂ ਲਗਾਇਆ ਜਾਵੇਗਾ। 3 ਤੋਂ 6 ਲੱਖ ਰੁਪਏ ਤੱਕ 5% ਟੈਕਸ ਲੱਗੇਗਾ। 6 ਤੋਂ 9 ਲੱਖ ਰੁਪਏ ਤੱਕ 10% ਅਤੇ 9 ਤੋਂ 12 ਲੱਖ ਰੁਪਏ ਤੇ 15% ਟੈਕਸ ਲੱਗੇਗਾ। 15 ਲੱਖ ਤੋਂ ਵੱਧ ਦੀ ਆਮਦ ਤੇ ਤੁਹਾਡੇ 30% ਟੈਕਸ ਲੱਗੇਗਾ। ਵਿੱਤ ਮੰਤਰੀ ਨੇ ਕਿਹਾ ਕਿ 7 ਲੱਖ ਰੁਪਏ ਤੱਕ ਦੀ ਆਮਦ ਤੇ ਕੋਈ ਵੀ ਟੈਕਸ ਨਹੀਂ ਲੱਗੇਗਾ। ਨਵੇਂ ਸਲੈਬਾਂ ਨੂੰ ਸੂਚੀਬੱਧ ਕਰਨ ਤੋਂ ਬਾਅਦ ਵਿੱਤ ਮੰਤਰੀ ਨੇ ਘੋਸ਼ਣਾ ਕੀਤੀ ਹੈ ਕਿ ਪੁਰਾਣੀ ਟੈਕਸ ਪ੍ਰਣਾਲੀ ਹੁਣ ਬੇਨਤੀ ਕਰਨ ਤੇ ਉਪਲਬਧ ਹੋਵੇਗੀ ਅਤੇ ਜੋ ਹੁਣ ਤੱਕ ਨਵੀਂ ਟੈਕਸ ਪ੍ਰਣਾਲੀ ਵਜੋਂ ਜਾਣੀ ਜਾਂਦੀ ਸੀ, ਉਹਨਾਂ ਨੂੰ ਡਿਫਾਲਟਰ ਪ੍ਰਣਾਲੀ ਮੰਨਿਆ ਜਾਵੇਗਾ। ਅਤੇ ਹੁਣ ਕੇਂਦਰ ਸਰਕਾਰ ਨੇ ਵੱਡਾ ਤੋਹਫਾ ਦਿੱਤਾ ਹੈ। 7 ਲੱਖ ਰੁਪਏ ਤੱਕ ਦੀ ਆਮਦਨ ਵਾਲਿਆਂ ਨੂੰ ਟੈਕਸ ਨਹੀਂ ਦੇਣਾ ਪਵੇਗਾ। Now I come to what everyone is waiting for. Personal income tax. I have 5 major announcements to make in this regard. These primarily benefit our hard-working middle class. The first one concerns rebate. Currently, those with income up to 5 lakh do not pay any income tax in both old and new regimes. I propose to increase the rebate limit to 7 lakhs in the ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰੀ ਬਜਟ ਨੇ ਪੰਜਾਬ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਹੈ। ਉਹਨੇ ਕਿਹਾ ਕਿ ਦੇਸ਼ ਦੇ ਬਜਟ ਵਿੱਚੋਂ ਪੰਜਾਬ ਗਾਇਬ ਹੈ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਉੱਤੇ ਹੋਰ ਵੀ ਕਈ ਵੱਡੇ ਨਿਸ਼ਾਨੇ ਸਾਧੇ ਹਨ। रिपब्लिक डे से पंजाब गायब था, अब देश के बजट से पंजाब गायब है। तो सिर्फ कागज में लिपटा हुआ एक लिखती एक स्क्रिप्ट थी। इससे पहले भी बजट में पेश कहा गया था आने वाले 2023 में 2024 में हम किसानों की आय दुगनी कर देंगे। कहाँ दुगनी की है आय उनकी? तो मुझे तो लगता है ये कोई बदला ले रहे हैं पंजाब से। माननीय वित्त मंत्री जी को याद कराएंगे कि पंजाब को आप देश का हिस्सा मानो, पंजाब को देश में से मनफी नहीं कर सकते। आज जो यूनियन बजट पेश किया गया माननीय वित्त मंत्री साहिबा के द्वारा, बड़े दुख से कहना पड़ रहा है कि उसमें पंजाब का कोई नामो निशान ही नहीं है। इससे पहले 26 जनवरी की झांकी पंजाब की गायब थी। रिपब्लिक डे से पंजाब गायब था, अब देश के बजट से पंजाब गायब है। ये समझ नहीं आती कौन सा बदला ले रहे हैं ये पंजाबियों से। हमने, क्योंकि बॉर्डर स्टेट है, हमने 1000 करोड़ रुपए की मांग की थी कि बीएसएफ उनको अपग्रेड करने के लिए, मॉडर्नाइजेशन करने के लिए बॉर्डर की, क्योंकि ड्रोन वगैरह बहुत आते हैं, एंटी ड्रोन सिस्टम लॉन्च करने के लिए, उसका नाम भी नहीं लिया गया।
हमने प्री बजट जो डिमांड्स मांगते हैं राज्यों से, हमने उसमें मेंशन किया था कि वंदे भारत श्री अमृतसर साहब से और बठिंडा से जो है दिल्ली के लिए, उसका नाम भी नहीं लिया गया। जब मैं बतौर मेंबर पार्लियामेंट वहाँ लोकसभा में था तो मैंने एक आइडिया दिया था जो कि रेलवे मंत्री साहब ने एक्सेप्ट भी किया था कि रिलीजियस टूरिज्म के लिए बहुत एक 5 तख्तों को जोड़ने वाली एक ट्रेन चले, जो अभी तो जो श्री अमृतसर से नांदेड़ साहब जाती है उसकी 2-2 महीने की बुकिंग है। अगर आप श्री अकाल तख्त साहब से तख्त श्री केसगढ़ साहब तक, अगला पड़ाव जो है तख्त श्री पटना साहब तक, उससे अगला पड़ाव तख्त श्री हजूर साहब नांदेड़, उससे अगला पड़ाव जो है वो तलवंडी साबो का हो और वापस फिर अकाल तख्त साहब। तो ये ऐसी ट्रेन जिसमें लाखों जो NRIs भी हैं वो भी 5 तख्तों के दर्शन करना चाहते हैं, लेकिन उनको बहुत दिक्कत होती है, कोई नामो निशान नहीं है उसका। और कोई MSP, नई फसल पे कोई MSP नहीं दी गई है। हमने कहा था कि 1500 रुपये पर एकड़ जो पराली जलाने की समस्या है उसमें 1500 रुपये पर एकड़ सेंटर दे दे, बाकी हम दे देंगे, लेकिन उसका भी नाम नहीं लिया गया। किसानों को तो मतलब अपने हाल पे छोड़ दिया गया, किस्मत पे छोड़ दिया गया है। और हम कॉलेज बना रहे हैं, 16 नए मेडिकल कॉलेज बना रहे हैं। इन्होंने कहा है कि जी कि नर्सिंग कॉलेज खोलेंगे, कब से खोलेंगे, कब से वो चल रहे होंगे, कोई उसमें डिटेल नहीं है। और सबसे बड़ी बात है कि शेड्यूल ट्राइब्स के लिए काफ़ी सहूलतें दी गई हैं, अच्छी बात है, लेकिन शेड्यूल कास्ट के लिए कोई भी ऐसी स्कीम नहीं है कि जो शेड्यूल कास्ट हैं, SC हैं, BC हैं, जो पिछड़े वर्ग से हैं, उनको ऊपर उठाने के लिए, उनको उनका जीवन स्तर ऊपर उठाने के लिए कोई पैकेज हो। तो सिर्फ कागज़ में लिपटा हुआ एक लिखती एक स्क्रिप्ट थी। इससे पहले भी बजट में पेश कहा गया था आने वाले 2023 में 2024 में हम किसानों की आय दुगनी कर देंगे। कहाँ दुगनी की है आय उनकी? MSP के नाम से तो ये सरकार, मेरे ख्याल में सेंटर सरकार जो है चिढ़ती है। तो किसानों से एक किस्म का बदला लिया गया है, क्योंकि उन्होंने आंदोलन किया था, इतना बड़ा आंदोलन किया था, तो किसानों के बारे में कुछ नहीं बोला गया, कोई MSP नहीं दी गई। और पंजाब एक बॉर्डर स्टेट है, हमें बहुत चैलेंजेस हैं। हमारी पुलिस को अपग्रेड करने के लिए, हमारे बॉर्डर को अपग्रेड करने के लिए हमने एक सजेशन दिया था कि जो तार के पार 3-3, 4-4 किलोमीटर तार के पार ज़मीन है, क्यों ना तार को हम 200 मीटर तक ले जाएं। इंटरनेशनल लॉ है कि 150 मीटर तक आप लेके जा सकते हो, लेकिन हम कहते हैं 200 मीटर तक ही ले जाओ, ताकि जो तार के पार जिनकी ज़मीन है वो किसान जो हैं उनको आई कार्ड दिखा के, और BSF का भी टाइम उनकी फिस्किंग में, तलाशी लेने में जाता है। BSF खुद जाती है खेती करवाने के लिए, तो कि 200 मीटर तक तार ले जाएं तो बहुत सी ज़मीन जो है वो तार से इधर आ जाएगी, बहुत किसानों को फ़ायदा हो जाएगा। उसका कोई मेंशन नहीं किया गया। तो मुझे तो लगता है ये कोई बदला ले रहे हैं पंजाब से, लेकिन पंजाब जो है वो एक ऐसी स्टेट है जिसने 90% कुर्बानियाँ देश को आज़ाद करवाने में और अभी भी देश की आज़ादी को कायम रखने में हम कुर्बानियाँ दे रहे हैं। तो ऐसा पंजाब के साथ अन्याय जो है वो अच्छा नहीं है। और हम जब डिमांड फॉर ग्रांट्स बजट पे डिबेट चलेगी तो हमारे जो साथी सांसद हैं राज्यसभा में, हम ये बातें माननीय वित्त मंत्री जी को याद कराएंगे कि पंजाब को आप देश का हिस्सा मानो, पंजाब को देश में से मनफी नहीं कर सकते, क्योंकि पंजाबी हैं जो पूरे देश को खाना भी खिलाते हैं, पंजाबी हैं जिन्होंने हरा इनकलाब ला के देश को अनाज के मामले में जो आत्मनिर्भर बनाया था। तो अब उनको ऐसे छोड़ना, लावारिस छोड़ना अच्छी बात नहीं।
ਵਾਰਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨਹੀਂ ਚਲਾ ਰਹੇ, ਸਰਕਾਰ ਕੋਈ ਹੋਰ ਚਲਾ ਰਿਹਾ ਹੈ। ਭਗਵੰਤ ਮਾਨ ਦੇ ਹੱਥ 'ਚ ਕੋਈ ਤਾਕਤ ਨਹੀਂ ਹੈਗੀ। ਭਗਵੰਤ ਮਾਨ ਵੇਖਣ ਨੂੰ ਇੱਕ ਡੰਮੀ ਮੁੱਖ ਮੰਤਰੀ ਹੈਗਾ, ਪਰ ਸਾਰੀਆਂ ਪਾਲਿਸੀਆਂ ਸਾਨੂੰ ਵੀ ਪਤਾ ਹੈ ਕੌਣ ਬਣਾਉਂਦਾ ਹੈ। ਸਾਡੀ ਅਸੀਂ ਇੱਕ ਤੋਂ ਤੰਗ ਹੋ ਕੇ ਦੂਜਾ ਲਿਆਉਂਦੇ ਹਾਂ ਤੇ ਦੂਜਾ ਸਾਨੂੰ ਤੰਗ ਕਰਨਾ ਸ਼ੁਰੂ ਕਰ ਦਿੰਦਾ ਹੈ। ਪੰਜਾਬ ਸਰਕਾਰ ਤੇ ਕੇਂਦਰ ਸਰਕਾਰ 'ਚ ਕੋਈ ਫਰਕ ਨਹੀਂ। ਸਿੱਖਾਂ ਦੇ ਵਿਰੋਧ 'ਚ ਖੜਨਾ ਹੋਵੇ ਤੇ ਇਹ ਦੋਵੇਂ ਸਰਕਾਰਾਂ ਇਕੱਠੀਆਂ ਹੋ ਕੇ ਕੰਮ ਕਰਦੀਆਂ। ਬੰਦੀ ਸਿੰਘਾਂ ਨੂੰ ਨਾ ਛੱਡਣ ਦਾ ਮਸਲਾ ਹੋਵੇ ਤੇ ਇਹ ਵੀ ਸਰਕਾਰ ਤੇ ਉਹ ਵੀ ਸਰਕਾਰ ਇਕੱਠੀ ਹੈ। ਪੰਜਾਬ ਦਾ ਪਾਣੀ ਲੁੱਟਣਾ ਹੋਵੇ ਦੋਵੇਂ ਸਰਕਾਰਾਂ ਇੱਕ ਜਗ੍ਹਾ ਤੇ ਖੜ ਜਾਂਦੀਆਂ। ਪੰਜਾਬ ਨਾਲ ਧੱਕਾ ਕਰਨਾ ਹੋਵੇ, ਨਸ਼ਿਆਂ ਦੇ ਮਸਲਿਆਂ ਦੇ ਉੱਤੇ ਕੋਈ ਗੱਲ ਕਰਨੀ ਹੋਵੇ ਤੇ ਦੋਵੇਂ ਧਿਰਾਂ ਪੰਜਾਬ ਦੇ ਉਲਟ ਖੜਦੀਆਂ। ਨਾ ਇਹਦਾ ਕੋਈ ਪ੍ਰਚਾਰ ਹੋਣਾ ਚਾਹੀਦਾ, ਨਾ ਇਹਦਾ ਕੋਈ ਬੋਰਡ ਲੱਗੇ, ਨਾ ਕੋਈ ਫਿਲਮ ਲੱਗੇ। ਇਹ ਜੇ ਲੱਗੂਗੀ ਤੇ ਇਹਦਾ ਅਰਥ ਇਹ ਆ ਵੀ ਹਕੂਮਤ ਆਪ ਚਾਹੁੰਦੀ ਹੈ ਵੀ ਪੰਜਾਬ ਦੇ ਵਿੱਚ ਅੱਗ ਲਾਈ ਜਾਵੇ। ਭਾਈ ਸਾਹਿਬ, ਪੈਰੋਲ ਨੂੰ ਲੈ ਕੇ ਤਾਂ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਕਿ ਕੇਂਦਰ ਸਰਕਾਰ ਵਾਰ-ਵਾਰ ਡੇਰਾ ਮੁਖੀ ਨੂੰ ਪੈਰੋਲ ਦਿੰਦੀ ਹੈ, ਪਰ ਪੰਜਾਬ ਸਰਕਾਰ ਜਿਹੜੀ ਹੈ ਉਹ ਹੁਣ ਸਤਸੰਗ ਕਰਾਉਣ ਲੱਗ ਪਈ, ਭਾਵੇਂ ਵਰਚੁਅਲੀ ਨੇ। ਤੁਸੀਂ ਦੇਖ ਲਓ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਸੀ। ਪੰਜਾਬ ਸਰਕਾਰ ਦੀ ਕੀ ਭੂਮਿਕਾ ਮੰਨਦੇ ਹੋ, ਵੀ ਕਿੰਨੀ ਕੁ ਭੂਮਿਕਾ ਹੈ ਇਹਦੇ ਵਿੱਚ? ਪੰਜਾਬ ਸਰਕਾਰ ਤੇ ਕੇਂਦਰ ਸਰਕਾਰ 'ਚ ਕੋਈ ਫਰਕ ਨਹੀਂ। ਸਿੱਖਾਂ ਦੇ ਵਿਰੋਧ 'ਚ ਖੜਨਾ ਹੋਵੇ ਤੇ ਇਹ ਦੋਵੇਂ ਸਰਕਾਰਾਂ ਇਕੱਠੀਆਂ ਹੋ ਕੇ ਕੰਮ ਕਰਦੀਆਂ। ਆਪਸੀ ਕੋ ਮਾੜੇ ਮੋਟੇ ਇਹਨਾਂ ਦੇ ਰਾਜਨੀਤਿਕ ਮਤਭੇਦ ਜ਼ਰੂਰ ਨੇ ਆਪਸ 'ਚ, ਪਰ ਜਦੋਂ ਸਿੱਖਾਂ ਦੀ ਵਾਰੀ ਆ ਜਾਵੇ, ਬੰਦੀ ਸਿੰਘਾਂ ਨੂੰ ਨਾ ਛੱਡਣ ਦਾ ਮਸਲਾ ਹੋਵੇ ਤੇ ਇਹ ਵੀ ਸਰਕਾਰ ਤੇ ਉਹ ਵੀ ਸਰਕਾਰ ਇਕੱਠੀ ਹੈ। ਪੰਜਾਬ ਦਾ ਪਾਣੀ ਲੁੱਟਣਾ ਹੋਵੇ ਦੋਵੇਂ ਸਰਕਾਰਾਂ ਇੱਕ ਜਗ੍ਹਾ ਤੇ ਖੜ ਜਾਂਦੀਆਂ। ਪੰਜਾਬ ਨਾਲ ਧੱਕਾ ਕਰਨਾ ਹੋਵੇ, ਨਸ਼ਿਆਂ ਦੇ ਮਸਲਿਆਂ ਦੇ ਉੱਤੇ ਕੋਈ ਗੱਲ ਕਰਨੀ ਹੋਵੇ ਤੇ ਦੋਵੇਂ ਧਿਰਾਂ ਪੰਜਾਬ ਦੇ ਉਲਟ ਖੜਦੀਆਂ। ਸੋ ਸਾਡੇ ਲਈ ਕੋਈ ਫਰਕ ਨਹੀਂ ਇਹਨਾਂ ਦੇ ਵਿੱਚ। ਅਸੀਂ ਤੇ ਇੱਕ ਬਸਤੀਵਾਦੀ ਜਿਹੜਾ ਪੰਜਾਬ ਆ ਉਹ ਭੋਗ ਰਿਹਾ ਬਸਤੀ। ਅਸੀਂ ਬਸਤੀ ਆ, ਪੰਜਾਬ ਦੇ ਲੋਕ ਜਿਹੜੇ ਬਸਤੀਵਾਦੀ ਜੀਵਨ ਜੀ ਰਹੇ ਆ। ਔਰ ਉਹਦੇ 'ਚ ਹੁੰਦਾ ਕੀ ਹੈ ਵੀ ਸਾਡੇ ਉੱਤੇ ਜੇ ਮੁੱਖ ਮੰਤਰੀ ਬਿਠਾਉਂਦੇ ਨੇ ਉਹ ਦਿੱਲੀ ਦਾ ਜਿਹੜਾ ਗੁਲਾਮ ਬਣ ਕੇ ਇੱਥੇ ਵਿਚਰਦਾ ਹੈ ਤੇ ਉਹ ਦਿੱਲੀ ਦੀਆਂ ਪਾਲਿਸੀਆਂ ਨੂੰ ਇੱਥੇ ਲਾਗੂ ਕਰਦਾ ਹੈ, ਦਿੱਲੀ ਨੂੰ ਫਾਇਦਾ ਪਹੁੰਚਾਉਣ ਲਈ ਕੰਮ ਕਰਦਾ ਹੈ। ਤੁਸੀਂ ਮੋਹਾਲੀ ਇਨਸਾਫ ਮੋਰਚੇ 'ਚ ਜਾ ਕੇ ਆਏ ਹੋ, ਹੁਣੇ ਇਨਸਾਫ ਮੋਰਚਾ ਚੱਲ ਰਿਹਾ, ਪਰ ਹਲੇ ਤੱਕ ਸਰਕਾਰਾਂ ਨੇ ਕਿਸੇ ਪ੍ਰਕਾਰ ਦੀ ਕੋਈ ਗੱਲ ਨਹੀਂ ਤੋਰੀ ਹੈ। ਜੇਕਰ ਇਸੇ ਤਰੀਕੇ ਨਾਲ ਇਨਸਾਫ ਮੋਰਚਾ ਚੱਲਦਾ ਰਿਹਾ ਜਾਂ ਸਰਕਾਰਾਂ ਨੇ ਕੋਈ ਗੱਲ ਸੁਣਵਾਈ ਨਾ ਕੀਤੀ ਤਾਂ ਇਹ ਮੋਰਚੇ ਨੂੰ ਕੋਈ ਹੋਰ ਵੀ ਅੱਗੇ ਵਧਾਇਆ ਜਾ ਸਕਦਾ ਕਿਸੇ ਤਰੀਕੇ ਦੇ ਨਾਲ? ਦੇਖੋ, ਅਸੀਂ ਜੀਵਨ 'ਚ ਪ੍ਰੇਰਨਾ ਸਰੋਤ ਵੀ ਮੰਨਦੇ ਹਾਂ ਬੰਦੀ ਸਿੰਘਾਂ ਨੂੰ, ਜਿਨ੍ਹਾਂ ਸੰਘਰਸ਼ ਭਾਈ ਹਵਾਰੇ ਹੋਣਾ ਨੂੰ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਆਪਣੀ ਜੇਲ੍ਹ 'ਚ ਜਿਹੜੀ ਆ ਬਤੀਤ ਕਰਤੀ। ਉਹਨਾਂ ਦੇ ਅਨੇਕ ਪ੍ਰਕਾਰ ਦੇ ਤਸ਼ੱਦਦ ਹੋਏ, ਉਹਨਾਂ ਨੂੰ ਸਰੀਰਕ ਯਾਤਨਾਵਾਂ ਦਿੱਤੀਆਂ ਗਈਆਂ, ਉਹਨਾਂ ਨੂੰ ਮਤਲਬ ਉਹਨਾਂ ਦੀ ਰੀੜ੍ਹ ਦੀ ਹੱਡੀ ਦੀ ਮੁਸ਼ਕਲ ਇਸ ਕਰਕੇ ਤਸ਼ੱਦਦ ਕਰਕੇ ਸਾਹਮਣੇ ਆਈ। ਸੋ ਉਹਨਾਂ ਸਿੱਖਾਂ ਨੇ ਜਿਨ੍ਹਾਂ ਨੇ ਸਾਡੀ ਖਾਤਰ, ਪੰਥ ਦੀ ਖਾਤਰ ਐਡੀ ਕੁਰਬਾਨੀ ਕੀਤੀ ਹੈ, ਉਹਨਾਂ ਨੂੰ ਅੱਜ ਵੀ ਜੇਲ੍ਹਾਂ 'ਚ ਵੇਖ ਕੇ ਸਾਡਾ ਜਿਹੜਾ ਵਾ ਦਿਲ ਬਹੁਤ ਹਿਰਦਾ ਦੁਖੀ ਹੁੰਦਾ ਹੈ। ਸੋ ਉਹਦੇ ਚੱਕਰ 'ਚ ਅਸੀਂ ਜਦੋਂ ਮੋਹਾਲੀ ਗਏ, ਉੱਥੇ ਵੀ ਜਾ ਕੇ ਅਸੀਂ ਵੇਖਿਆ ਵੀ ਪੂਰੀ ਕੌਮ ਦੇ ਵਿੱਚ ਕਰੋ, ਇਕੱਲਾ ਬੰਦੀ ਸਿੰਘ ਵਾਲੇ ਮਸਲੇ ਤੇ ਨਹੀਂ, ਬੇਅਦਬੀਆਂ ਦੇ ਮਸਲੇ ਤੇ ਪੂਰਾ ਜੇ ਇਹਨੂੰ ਵੇਖੀਏ ਬਚੀਏ ਤੇ ਇਹਦੀ ਜੜ ਗੁਲਾਮੀ ਨਾਲ ਜੁੜਦੀ। ਸਿੱਖ ਗੁਲਾਮੀ ਤੋਂ ਅੱਕੇ ਨੇ ਔਰ ਗੁਲਾਮੀ ਤੋਂ ਦੇ ਖਿਲਾਫ ਸੰਘਰਸ਼ ਕਰਨ ਲਈ ਸਿੱਖ ਤਿਆਰ ਨੇ। ਹੁਣ ਹਕੂਮਤ ਨੂੰ ਇਹ ਵੇਖਣਾ ਪੈਣਾ ਹੈ ਵੀ ਸਿੱਖਾਂ ਨੂੰ ਕਿਹੜੇ ਰਾਹ ਤੇ ਤੋਰਨਾ। ਜੇ ਤੇ ਸ਼ਾਂਤਮਈ ਤਰੀਕੇ ਨਾਲ ਸਿੱਖਾਂ ਦੇ ਹੱਕ ਉਹਨਾਂ ਨੂੰ ਦੇਣੇ ਨੇ ਫਿਰ ਤੇ ਠੀਕ ਹੈ, ਜੇ ਨਹੀਂ ਦੇਣੇ ਤੇ ਫਿਰ ਸਿੱਖਾਂ ਤੇ ਇਲਜ਼ਾਮ ਕੋਈ ਵੀ ਨਾ ਲਾਵੇ ਧਿਰ, ਨਾ ਤੇ ਹਕੂਮਤ ਲਾਵੇ ਬਾਅਦ 'ਚ ਤੇ ਨਾ ਕੋਈ ਹੋਰ ਧਿਰ ਜਿਹੜੀ ਬਾਅਦ 'ਚ 84 ਦੇ ਵਿੱਚ ਵੀ ਕਹਿੰਦੀ ਵੀ ਸਿੱਖਾਂ ਨੇ ਹਥਿਆਰ ਕਿਉਂ ਚੱਕੇ। ਹੁਣ ਤੁਹਾਡੇ ਸਾਹਮਣੇ ਸਾਡੇ ਹਾਲਾਤ ਨੇ ਅੱਜ ਦੇ ਸਮੇਂ 'ਚ। ਅਸੀਂ ਦਲੀਲਾਂ, ਅਪੀਲਾਂ, ਕੋਰਟ, ਹਰ ਦਰਵਾਜ਼ਾ ਖੜਕਾ ਕੇ ਵੇਖ ਲਿਆ, ਸਾਡੀ ਕੋਈ ਨਹੀਂ ਸੁਣ ਰਿਹਾ। ਤੇ ਜੇ ਇਸ ਤੋਂ ਬਾਅਦ 'ਚ ਕੌਮ ਆਪਣਾ ਸੰਘਰਸ਼ ਆਪ ਲੜਦੀ ਹੈ ਕਿਸੇ ਤਰੀਕੇ ਨਾਲ ਤੇ ਇਹਦਾ ਦੋਸ਼ ਸਿੱਧਾ ਹਕੂਮਤ ਨੂੰ ਜਾਂਦਾ ਤੇ ਉਹਨਾਂ ਧਿਰਾਂ ਨੂੰ ਵੀ ਜਾਂਦਾ, ਚਾਹੇ ਉਹ ਖੱਬੇ ਪੱਖੀ ਧਿਰਾਂ ਨੇ ਚਾਹੇ ਦੂਜੀਆਂ ਨੇ। ਜਿਹੜੀਆਂ ਧਿਰਾਂ ਅੱਜ ਬੋਲ ਨਹੀਂ ਰਹੀਆਂ, ਜਿਹੜੀਆਂ ਧਿਰਾਂ ਨੂੰ ਨਕਸਲੀ ਬੰਦੀ ਤੇ ਨਜ਼ਰ ਆਉਂਦੇ ਨੇ, ਸਿੱਖ ਬੰਦੀ ਨਹੀਂ ਨਜ਼ਰ ਆਉਂਦੇ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਉੱਤੇ ਸਿੱਖਾਂ ਦੇ ਨਾਲ ਕਦੇ ਨਹੀਂ ਖਲੋਤੇ, ਜਿਹਦੇ ਉਹ ਧਿਰਾਂ ਅੱਜ ਚੁੱਪ ਨੇ। ਜੇ ਕੱਲ੍ਹ ਨੂੰ ਸਿੱਖਾਂ ਨੇ ਆਪ ਲੜਾਈ ਸ਼ੁਰੂ ਕੀਤੀ, ਉਹਨਾਂ ਧਿਰਾਂ ਨੇ ਪਹਿਲੇ ਨੰਬਰ ਤੇ ਆਣ ਕੇ ਸਿੱਖਾਂ ਦਾ ਵਿਰੋਧ ਕਰਨਾ, ਟੌਟੀਆਂ ਕਰਨੀ ਸ਼ੁਰੂ ਕਰ ਦੇਣੀਆਂ। ਸੋ ਮੇਰਾ ਸਵਾਲ ਸਾਰਿਆਂ ਨੂੰ ਹੈ ਵੀ ਅਸੀਂ ਜਦੋਂ ਯਾਤਨਾ ਝੱਲੀਏ, ਅਸੀਂ ਜਦੋਂ ਤਸ਼ੱਦਦ ਸਹੀਏ, ਸਾਡੇ ਕਤਲੇਆਮ ਹੋਣ, ਉਦੋਂ ਸਾਰੇ ਤਮਾਸ਼ਬੀਨ ਬਣ ਜਾਣ, ਜਾਂ ਸਾਡਾ ਕਤਲ ਕਰਨ ਜਾਂ ਤਮਾਸ਼ਬੀਨ ਬਣਨ। ਤੇ ਜੇ ਅਸੀਂ ਸਾਹਮਣੇ ਲੜਨ ਦਾ ਯਤਨ ਕਰੀਏ ਤੇ ਫਿਰ ਸਾਰੇ ਸਾਨੂੰ ਅੱਤਵਾਦੀ ਕਹਿਣ, ਫਿਰ ਸਾਰੇ ਸਾਨੂੰ ਕਹਿਣ ਵੀ ਸਿੱਖ ਜ਼ਾਲਮ ਨੇ, ਸਿੱਖ ਹਿੰਸਕ ਨੇ। ਹੁਣ ਤੁਸੀਂ ਦੱਸੋ ਵੀ ਸਾਡੇ ਕੋਲ ਰਾਹ ਕਿਹੜਾ ਬਚਦਾ? ਸਾਡੇ ਕੋਲ ਕੋਈ ਜੇ ਰਾਹ ਹੈਗਾ ਤੇ ਸਾਨੂੰ ਦੱਸ ਦੇਣ, ਜੇ ਨਹੀਂ ਹੈਗਾ ਤੇ ਫਿਰ ਇਸ ਵਾਰ ਅਸੀਂ ਸਾਰੇ ਨੂੰ ਕਹਿੰਦੇ ਹਾਂ ਵੀ ਅੱਜ ਤੁਹਾਡੇ ਕੋਲ ਮੌਕਾ ਹੈ। ਅੱਜ ਹਿੰਦੁਸਤਾਨ ਦੀ ਹਕੂਮਤ ਨੂੰ ਕਹੋ ਵੀ ਭਾਈ ਅੱਜ ਦੁਨੀਆ ਪੱਧਰ ਤੇ ਸਿੱਖਾਂ ਦੇ ਹੱਕ ਦੀ ਆਵਾਜ਼ ਚੁੱਕੋ। ਇਹ ਜੇ ਨਹੀਂ ਕਰਦੇ ਤੇ ਫਿਰ ਕੱਲ੍ਹ ਨੂੰ ਤੁਸੀਂ ਸਾਨੂੰ ਇਹ ਕਹਿਣ ਦੇ ਹੱਕਦਾਰ ਨਹੀਂ ਵੀ ਅਸੀਂ ਆਪਣਾ ਸੰਘਰਸ਼ ਕਿਵੇਂ ਲੜਨਾ। ਭਾਈ ਸਾਹਿਬ, ਤੁਹਾਡੇ ਸਾਥੀ ਤੇ ਆਰਮਜ਼ ਐਕਟ ਦਾ ਪਰਚਾ ਹੋਇਆ, ਕੀ ਸਮਝਦੇ ਹੋ ਜਿਹੜੀ ਅੰਮ੍ਰਿਤ ਸੰਚਾਰ ਦੀ ਮੁਹਿੰਮ ਚਲਾਈ ਆ ਉਸ ਨੂੰ ਠੱਪ ਕਰਨ ਦਾ ਇਹ ਕੋਈ ਯਤਨ ਸਰਕਾਰ ਦਾ? ਦੇਖੋ, ਝੂਠਾ ਪਰਚਾ ਸੀ, ਪਰਚਾ ਕੈਂਸਲ ਵੀ ਕਰਨਾ ਪਿਆ ਉਹਨਾਂ ਨੂੰ। ਲਾਇਸੈਂਸੀ ਹਥਿਆਰ ਨੂੰ ਨਜਾਇਜ਼ ਹਥਿਆਰ ਕਹਿ ਕੇ ਉਹਦੀ ਗ੍ਰਿਫਤਾਰੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ 'ਚ ਉਹਨੂੰ ਜ਼ਮਾਨਤ ਵੀ ਦੇਣੀ ਪਈ, ਪਰਚਾ ਵੀ ਕੈਂਸਲ ਕਰਨਾ ਪਿਆ। ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਦੇਖੋ, ਇਹ ਕਹਿੰਦੇ ਨੇ ਵੀ ਹਥਿਆਰ ਅੱਜ ਦੇ ਸਮੇਂ 'ਚ ਸਭ ਤੋਂ ਵੱਧ ਲੋੜ ਸਾਨੂੰ ਹਥਿਆਰਾਂ ਦੀ ਹੈ।
ਨਸ਼ੇ ਦੇ ਸੌਦਾਗਰ ਸਾਡੀ ਜਾਨ ਦੇ ਦੁਸ਼ਮਣ ਬਣੇ ਨੇ। ਬੇਸ਼ੱਕ ਅਸੀਂ ਮੌਤ ਤੋਂ ਨਹੀਂ ਡਰਦੇ, ਪਰ ਇਹਦਾ ਅਰਥ ਇਹ ਵੀ ਨਹੀਂ ਨਾ ਹੈਗਾ ਵੀ ਅਸੀਂ ਜਿਹੜੇ ਰਾਹ ਤੇ ਤੁਰੇ ਹਾਂ ਕੋਈ ਜਣਖਣਾ ਬੰਦਾ ਆਣ ਕੇ ਸਾਡੇ ਗਲ ਪੈ ਜਾਵੇ। ਸਾਨੂੰ ਆਪਣੀ ਰਾਖੀ ਵੀ ਕਰਨੀ ਪੈਣੀ ਹੈ ਤੇ ਸਾਡੇ ਨਾਲ ਦੇ ਸਿੰਘਾਂ ਦੀ ਵੀ ਰਾਖੀ ਕਰਨੀ ਪੈਣੀ ਹੈ। ਅਸੀਂ ਉਹਨਾਂ ਲੋਕਾਂ ਨੂੰ ਦੇ ਕਾਰੋਬਾਰ ਨੂੰ ਹੱਥ ਪਾਇਆ ਜਿਨ੍ਹਾਂ ਦਾ ਅਰਬਾਂ ਰੁਪਈਆ ਦਾ ਧੰਦਾ ਹੈ ਰੋਜ਼ ਦਾ, ਜਿਹੜੇ ਨੌਜਵਾਨੀ ਨੂੰ ਖਤਮ ਕਰਨੇ ਨੇ, ਸਰਕਾਰੀ ਬੰਦੇ ਨੇ, ਉਹ ਸਰਕਾਰਾਂ ਦੀ ਪਾਲਿਸੀ ਤੇ ਚੱਲਣ ਵਾਲੇ ਨੇ। ਉਹਨਾਂ ਬੰਦਿਆਂ ਦੇ ਵਿਰੁੱਧ ਅਸੀਂ ਜੰਗ ਛੇੜੀ ਆ ਤੇ ਉਸ ਤੋਂ ਬਾਅਦ 'ਚ ਇਹ ਸਾਡੇ ਬੰਦਿਆਂ ਨੂੰ ਜਿਹੜੇ ਬੰਦੇ ਮੇਰੀ ਸੁਰੱਖਿਆ 'ਚ ਨੇ, ਜਿਹੜੇ ਸਿੰਘ, ਉਹਨਾਂ ਨੂੰ ਕੱਲੇ ਨੂੰ ਟਾਰਗੇਟ ਕੀਤਾ ਜਾ ਰਿਹਾ। ਕਦੀ ਕਿਸੇ ਦੇ ਕੋਈ ਪਰਚਾ ਪਾਇਆ ਜਾਂਦਾ, ਕਦੀ ਕਿਸੇ ਦੇ ਝੂਠੀ FIR ਕਿਸੇ ਦੇ ਨਾਂ ਤੇ ਨੱਥੀ ਕੀਤੀ ਜਾਂਦੀ ਵੀ ਲਾਇਸੈਂਸ ਕੈਂਸਲ ਕੀਤਾ ਜਾ ਸਕੇ। ਸੋ ਮੈਨੂੰ ਐਂ ਲੱਗਦਾ ਵੀ ਸਰਕਾਰ ਸਾਰੇ ਸਿੱਖਾਂ ਨੂੰ ਜਿਹੜੇ ਸਾਡੇ ਨਾਲ ਚੱਲਦੇ ਨੇ, ਵਹੀਰ ਦੇ ਵਿੱਚ ਚੱਲੇ ਨੇ, ਟਾਰਗੇਟ ਕਰ ਰਹੀ ਹੈ। ਔਰ ਉਹ ਟਾਰਗੇਟ ਕਰਨ ਦੇ ਵਿੱਚ ਸਰਕਾਰ ਇਸ ਹੱਦ ਤੱਕ ਜਾ ਰਹੀ ਹੈ ਵੀ ਝੂਠੇ ਬੇਬੁਨਿਆਦ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਦੇਣਾ ਚਾਹੁੰਦੀ ਹੈ, ਪਰ ਇਹ ਸਫਲ ਨਹੀਂ ਹੋਣਾ ਕੰਮ। ਕਿਉਂਕਿ ਪਹਿਲਾਂ ਕੀ ਸੀ ਵੀ ਸਮਾਂ ਉਦੋਂ ਇਹੋ ਜਿਹਾ ਸੀ ਜਦੋਂ ਅਸੀਂ ਕੀ ਸੱਚ ਬੋਲਦੇ ਹਾਂ ਸਾਹਮਣੇ ਨਹੀਂ ਸੀ ਆਉਂਦਾ। ਅੱਜ ਕੱਲ੍ਹ ਸੋਸ਼ਲ ਮੀਡੀਆ ਉੱਤੇ ਸਾਰਾ ਕੁਝ ਅਗਲੇ ਦਿਨ ਨਜ਼ਰ ਆ ਜਾਂਦਾ। ਸੋ ਮੈਨੂੰ ਲੱਗਦਾ ਵੀ ਇਸ ਵਾਰ ਹਕੂਮਤ ਦੀ ਇਹ ਚਾਲ ਸਫਲ ਨਹੀਂ ਹੋ ਸਕਦੀ। ਭਾਈ ਸਾਹਿਬ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲੀਆਂ ਸਰਕਾਰਾਂ ਜਾਂ ਮੁੱਖ ਮੰਤਰੀਆਂ ਨੂੰ ਸਿੱਖਾਂ ਦੇ ਦੁੱਖ ਹੀ ਦੱਸਦੇ ਰਹੇ ਆ ਤੇ ਖੁਦ ਨੂੰ ਸਿੱਖਾਂ ਦੇ ਹਮਾਇਤੀ ਦੱਸਦੇ ਰਹੇ ਆ, ਪਰ ਹੁਣ ਇਸ ਹੱਦ ਤੱਕ ਆ ਗਿਆ ਕਿ ਜਿਹੜੇ ਸਰਕਾਰੀ ਦਸਤਾਵੇਜ਼ਾਂ ਦੇ ਉੱਤੇ ਸਿੱਖ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਹੁੰਦੀਆਂ ਸੀ ਪਹਿਲਾਂ, ਹੁਣ ਉੱਥੇ ਆਪਣੀਆਂ ਤਸਵੀਰਾਂ ਲਾਉਣ ਲੱਗ ਪਏ ਨੇ, ਭਾਵੇਂ ਉਹ ਸਰਕਾਰੀ ਕੈਲੰਡਰ ਹੋਣ ਜਾਂ ਕੋਈ ਹੋਰ ਦਸਤਾਵੇਜ਼ ਹੋਣ। ਇਸ ਹੱਦ ਤੱਕ ਆ ਗਏ ਆ। ਦੇਖੋ, ਇਹ ਸਾਨੂੰ ਇੱਕ ਨਾ ਵਹਿਮ ਪੈ ਜਾਂਦਾ ਹੈ। ਪੰਜਾਬੀ ਦੀ ਕਹਾਵਤ ਹੈ, ਭਾਂਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ। ਸਾਡੀ ਅਸੀਂ ਇੱਕ ਤੋਂ ਤੰਗ ਹੋ ਕੇ ਦੂਜਾ ਲਿਆਉਂਦੇ ਹਾਂ ਤੇ ਦੂਜਾ ਸਾਨੂੰ ਤੰਗ ਕਰਨਾ ਸ਼ੁਰੂ ਕਰ ਦਿੰਦਾ ਹੈ। ਇਹ ਗੁਲਾਮੀ ਦਿੱਲੀ ਦੀ ਹੈ, ਦਿੱਲੀ ਸਾਡੇ ਗਲ ਪਈ ਹੈ। ਜਿੰਨਾ ਚਿਰ ਦਿੱਲੀ ਨੂੰ ਗਲੋਂ ਨਹੀਂ ਲਾਉਂਦੇ ਉਹਨਾਂ ਚਿਰ ਇੱਥੇ ਭਗਵੰਤ ਮਾਨ ਅੱਜ ਜਾਂ ਕੋਈ ਹੋਰ ਆ ਜਾਵੇ, ਇਹ ਹਾਲਾਤ ਇਹੋ ਰਹਿਣੇ ਨੇ। ਭਗਵੰਤ ਮਾਨ ਦੇ ਹੱਥ 'ਚ ਕੋਈ ਤਾਕਤ ਨਹੀਂ ਹੈਗੀ। ਭਗਵੰਤ ਮਾਨ ਵੇਖਣ ਨੂੰ ਇੱਕ ਡੰਮੀ ਮੁੱਖ ਮੰਤਰੀ ਹੈਗਾ, ਪਰ ਸਾਰੀਆਂ ਪਾਲਿਸੀਆਂ ਸਾਨੂੰ ਵੀ ਪਤਾ ਹੈ ਕੌਣ ਬਣਾਉਂਦਾ ਹੈ।